सुनो सनामा पाठ पढ़ावा, आओ बच्चों सुनो सनामा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाज क पढ़ लो सारी। चंगियां गल्लां गीत भी गावा, सुनो सनावा पाठ पढ़ावा, सुनो सनावा पाठ पढ़ावा। दुआबा रेडियो। प्यारे विद्यार्थियों ਅਤੇ ਦੁਆਬਾ ਰੇਡੀਓ ਦੇ ਸੂਝਵਾਨ ਅਤੇ ਸਤਿਕਾਰਤ ਸਰੋਤਿਓ, ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਮੇਰਾ ਅੱਜ ਦਾ ਲੈਕਚਰ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਜਾਨ ਮਾਲ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਹੀਦ ਹੋਣ ਵਾਲੇ ਸੈਨਿਕਾਂ ਨੂੰ ਸਮਰਪਿਤ ਹੈ। ਮੈਂ ਦਿਲੋਂ ਆਪਣੇ ਵੀਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਮੇਰਾ ਨਾਮ ਮੁਹੰਮਦ ਬਸ਼ੀਰ ਹੈ। ਮੈਂ ਸਰਕਾਰੀ ਹਾਈ ਸਕੂਲ ਭੂਦਨ ਵਿਖੇ ਬਤੌਰ SS ਮਾਸਟਰ ਸੇਵਾ ਨਿਭਾ ਰਿਹਾ ਹਾਂ। ਮੇਰਾ ਕੀਤਾ ਭਾਵੇਂ ਪੜ੍ਹਾਉਣਾ ਹੈ, ਪਰ ਇਸ ਦੇ ਨਾਲ ਦੇਸ਼ ਅਤੇ ਸਮਾਜ ਦੀਆਂ ਸਮੱਸਿਆਵਾਂ ਬਾਰੇ ਲਿਖ ਕੇ ਲੋਕਾਂ ਨੂੰ ਜਾਗਰੂਕ ਕਰਨਾ ਮੇਰਾ ਜਨੂੰਨ ਹੈ। ਅੱਜ ਅਸੀਂ 9ਵੀਂ ਅਤੇ 10ਵੀਂ ਜਮਾਤ ਵਿੱਚ ਇਤਿਹਾਸ ਦੇ ਪਾਠ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਮੈਂ ਸਮਝਦਾ ਹਾਂ ਇਹ ਅੱਜ ਦਾ ਵਿਸ਼ਾ ਕੇਵਲ ਵਿਦਿਆਰਥੀਆਂ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦਾ ਭਲਾ ਸੋਚਣ ਵਾਲੇ ਅਤੇ ਵਿਸ਼ੇਸ਼ ਕਰਕੇ ਪੰਜਾਬ ਅਤੇ ਸਿੱਖ ਜਗਤ ਨਾਲ ਸੰਬੰਧ ਰੱਖਣ ਵਾਲੇ ਹਰੇਕ ਵਿਅਕਤੀ ਲਈ ਸਾਂਝਾ ਵਿਸ਼ਾ ਹੈ। ਪਿਆਰੇ ਵਿਦਿਆਰਥੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਵਰਗੀਆਂ ਸ਼ਖਸੀਅਤਾਂ ਰੋਜ਼-ਰੋਜ਼ ਸੰਸਾਰ ਵਿੱਚ ਨਹੀਂ ਆਉਂਦੀਆਂ, ਸਗੋਂ ਇਹ ਇੱਕ ਵਿਸ਼ੇਸ਼ ਯੁੱਗ ਤੇ ਇੱਕ ਵਿਸ਼ੇਸ਼ ਸਮਾਂ ਹੁੰਦਾ ਹੈ ਜਦੋਂ ਸੰਸਾਰ ਵਿੱਚ ਅਤਿਆਚਾਰ ਮਜ਼ਲੂਮ ਲੋਕਾਂ ਤੇ ਬਹੁਤ ਵੱਧ ਜਾਂਦੇ ਨੇ। ਤਾਂ ਉਦੋਂ ਰੱਬ ਵੱਲੋਂ, ਪਰਮਾਤਮਾ ਵੱਲੋਂ ਕੋਈ ਅਜਿਹੀ ਸ਼ਖਸੀਅਤ ਭੇਜੀ ਜਾਂਦੀ ਆ ਜਿਸ ਦੇ ਕੰਮਾਂ ਅਤੇ ਯਤਨਾਂ ਸਦਕਾ ਇਹ ਮਜ਼ਲੂਮਾਂ ਤੇ ਅਤਿਆਚਾਰਾਂ ਦੇ ਵਿਰੁੱਧ ਆਵਾਜ਼ ਉਠਾ ਕੇ ਉਹਨਾਂ ਨੂੰ ਇਨਸਾਫ ਦਿਲਵਾਇਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਅਜਿਹੀਆਂ ਸ਼ਖਸੀਅਤਾਂ ਦੇ ਵਿੱਚੋਂ ਹੀ ਇੱਕ ਸ਼ਖਸੀਅਤ ਸੀਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜੇ ਵਿਸ਼ਵ ਪੱਧਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਮਹਾਨ ਸ਼ਖਸੀਅਤਾਂ ਚੋਂ ਇੱਕ ਸ਼ਖਸੀਅਤ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਫਿਲਾਸਫੀ ਜਾਂ ਅਸੀਂ ਕਹਿ ਸਕਦੇ ਹਾਂ ਕਿ ਵਿਚਾਰਾਂ ਸਦਕਾ ਸਮਾਜ ਵਿੱਚ ਯੁੱਗ ਪਲਟਾਊ ਪਰਿਵਰਤਨਾਂ ਨੂੰ ਮਹਿਸੂਸ ਕੀਤਾ ਗਿਆ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1469 ਈਸਵੀ ਵਿੱਚ ਪਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਦੇ ਘਰ ਮਾਤਾ ਤ੍ਰਿਪਤਾ ਦੇਵ ਜੀ ਦੇ ਕੁੱਖੋਂ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ, ਜੋ ਕਿ ਅੱਜ ਪਾਕਿਸਤਾਨ ਵਿੱਚ ਸਥਿਤ ਹੈ, 'ਚ ਜਨਮ ਲਿਆ ਤਾਂ ਉਸ ਸਮੇਂ ਹਾਕਮਾਂ ਵੱਲੋਂ ਲੋਕਾਂ ਤੇ ਘੋਰ ਅਤਿਆਚਾਰ ਕੀਤੇ ਜਾ ਰਹੇ ਸਨ। ਪਿਆਰੇ ਵਿਦਿਆਰਥੀਓ, ਉਸ ਸਮੇਂ ਸਮੁੱਚਾ ਸਮਾਜ 4 ਵਰਨਾਂ ਵਿੱਚ ਵੰਡਿਆ ਹੋਇਆ ਸੀ। ਚਾਰੋਂ ਪਾਸੇ, ਚਾਰੋਂ ਦਿਸ਼ਾਵਾਂ ਦੇ ਵਿੱਚ ਪਾਪ ਤੇ ਅਨਿਆਂ ਦਾ ਬੋਲਬਾਲਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਬੁਰਾਈਆਂ ਵਿਰੁੱਧ ਸੰਘਰਸ਼ ਕਰਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਵਰਨ ਵਿਵਸਥਾ ਦੇ ਕਾਰਨ ਉਸ ਸਮੇਂ ਸਮਾਜ 'ਚ ਸਮਾਨਤਾ, ਸੁਤੰਤਰਤਾ ਆਦਿ ਲੋਕਤੰਤਰੀ ਸਿਧਾਂਤਾਂ ਦੀ ਕੋਈ ਹੋਂਦ ਨਹੀਂ ਸੀ। ਉਹ ਕੁਦਰਤੀ ਤੌਰ ਤੇ ਜਦੋਂ ਪਿਆਰੇ ਵਿਦਿਆਰਥੀਓ ਸਮੁੱਚਾ ਸਮਾਜ ਊਚ ਨੀਚ ਦੇ ਵਿੱਚ ਵੰਡਿਆ ਹੋਇਆ ਸੀ ਤਾਂ ਜਿਹੜੇ
ਕਥਿਤ ਉੱਚੀਆਂ ਜਾਤੀਆਂ ਸੀਗੀਆਂ, ਜਿਹੜੇ ਆਪਣੇ ਆਪ ਨੂੰ ਉੱਚੇ ਸਮਝਦੇ ਸੀਗੇ, ਉਹਨਾਂ ਦੁਆਰਾ ਨੀਵੇਂ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਅਧਿਕਾਰ ਨਹੀਂ ਦਿੱਤੇ ਜਾਂਦੇ ਸੀਗੇ। ਪਿਆਰੇ ਵਿਦਿਆਰਥੀਓ, ਗੁਰੂ ਨਾਨਕ ਦੇਵ ਜੀ ਨੇ ਵਰਨ ਵਿਵਸਥਾ ਦਾ ਵਿਰੋਧ ਕਰਦੇ ਹੋਏ ਧਰਤੀ ਤੇ ਜਨਮੇ ਹਰੇਕ ਮਨੁੱਖ ਦੀ ਬਰਾਬਰਤਾ ਦੀ ਗੱਲ ਕੀਤੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੋਕਤੰਤਰੀ ਸਿਧਾਂਤਾਂ ਦੇ ਅਨੁਸਾਰ ਹਰੇਕ ਨਾਗਰਿਕ ਨੂੰ, ਜੋ ਇਸ ਧਰਤੀ ਤੇ ਰੱਬ ਨੇ ਪੈਦਾ ਕੀਤਾ ਹੈ, ਹਰ ਇੱਕ ਉਸ ਵਿਅਕਤੀ ਨੂੰ ਜੋ ਇਸ ਧਰਤੀ ਤੇ ਜਨਮਿਆ ਹੈ, ਉਹਨੂੰ ਸਾਰੇ ਲੋਕਤੰਤਰੀ ਸਮਾਨਤਾ, ਸੁਤੰਤਰਤਾ ਦੇ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਨੇ। ਜੇ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਰਤ ਦੇ ਵਿੱਚ ਲੋਕਤੰਤਰੀ ਸਿਧਾਂਤਾਂ ਦਾ ਜਨਮਦਾਤਾ ਵੀ ਕਹਿ ਸਕਦੇ ਹਾਂ। ਇਸੇ ਤਰ੍ਹਾਂ ਪਿਆਰੇ ਬੱਚਿਓ, ਜਿਸ ਤਰ੍ਹਾਂ ਉਹਨਾਂ ਨੇ ਵਰਨ ਵਿਵਸਥਾ ਦੇ ਵਿਰੁੱਧ ਆਵਾਜ਼ ਉਠਾਈ ਸੀਗੀ, ਉਸ ਸਮੇਂ ਇਸਤਰੀ ਜਾਤੀ ਦੀ ਹੋ ਰਹੀ ਦੁਰਦਸ਼ਾ ਦੇ ਕਾਰਨ ਆਪ ਜੀ ਨੇ ਕਿਹਾ ਸੀਗਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਮੇਰਾ ਕਹਿਣ ਦਾ ਭਾਵ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਰਨ ਵਿਵਸਥਾ ਦੇ ਨਾਲ ਨਾਲ ਉਸ ਸਮੇਂ ਇਸਤਰੀ ਜਾਤੀ ਤੇ ਹੋ ਰਹੇ ਅਤਿਆਚਾਰਾਂ ਦੇ ਵਿਰੁੱਧ ਵੀ ਆਵਾਜ਼ ਉਠਾਈ ਸੀਗੀ ਤੇ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਦੇਣ ਦੀ ਗੱਲ ਕਹੀ ਸੀਗੀ। ਪਿਆਰੇ ਵਿਦਿਆਰਥੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬਹੁਤ ਹੀ ਤੀਖਣ ਬੁੱਧੀ ਦੇ ਮਾਲਕ ਸੀਗੇ। ਉਹਨਾਂ ਨੇ ਛੋਟੀ ਉਮਰੇ ਹੀ ਉਸ ਸਮੇਂ ਦੇ ਪ੍ਰਚਲਿਤ ਖੋਖਲੇ ਸਮਾਜਿਕ ਰੀਤੀ ਰਿਵਾਜਾਂ ਤੇ ਕਦਰਾਂ ਕੀਮਤਾਂ ਦੀ ਚੀੜ ਫਾੜ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਕਹਿਣ ਦਾ ਭਾਵ ਕਿ ਜਿਹੜੇ ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਧਾਰਮਿਕ ਕੁਰੀਤੀਆਂ ਸੀਗੀਆਂ, ਉਹਨਾਂ ਨੂੰ ਖਤਮ ਕਰਕੇ ਉਹਨਾਂ ਨੇ ਨਵੇਂ ਆਯਾਮ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਉਹਨਾਂ ਨੇ ਹਰ ਮਾਮਲੇ ਦੇ ਵਿੱਚ ਵਿਵੇਕ, ਕਹਿਣ ਦਾ ਭਾਵ ਆਪਣੀ ਸਮਝ, ਬੁੱਧੀ ਦੇ ਨਾਲ ਦਲੀਲ ਦੀ ਵਰਤੋਂ ਕਰਦੇ ਹੋਏ ਸੱਚ ਤੇ ਝੂਠ ਦਾ ਨਿਤਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਪਿਆਰੇ ਵਿਦਿਆਰਥੀਓ, ਇਹ ਇੱਕ ਬਹੁਤ ਕਠਿਨ ਗੱਲ ਹੁੰਦੀ ਆ ਕਿ ਸਮਾਜ ਵਿੱਚ ਜਿਹੜੇ ਪ੍ਰਚਲਿਤ ਰੀਤੀ ਰਿਵਾਜ ਨੇ, ਜਿਨ੍ਹਾਂ ਦੇ ਕਾਰਨ ਲੋਕਾਂ ਤੇ ਅਤਿਆਚਾਰ ਕੀਤੇ ਜਾਂਦੇ ਨੇ, ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਉਹਨਾਂ ਦੇ ਵਿਰੁੱਧ ਸੱਚ ਦੇ ਆਧਾਰ ਤੇ, ਦਲੀਲ ਦੇ ਆਧਾਰ ਤੇ ਆਵਾਜ਼ ਉਠਾਉਣਾ ਇੱਕ ਬਹੁਤ ਹਿੰਮਤ ਵਾਲੀ ਗੱਲ ਹੁੰਦੀ ਹੈ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀਗੀ। ਉਹਨਾਂ ਹਿੰਦੂ ਸਮਾਜ ਵਿੱਚ ਆ ਚੁੱਕੀਆਂ ਸਮਾਜਿਕ ਬੁਰਾਈਆਂ ਅਤੇ ਅੰਧ ਵਿਸ਼ਵਾਸਾਂ ਦੀ ਪੂਰੀ ਦ੍ਰਿੜਤਾ ਦੇ ਨਾਲ ਵਿਰੋਧਤਾ ਕੀਤੀ ਤੇ ਪਿਆਰੇ ਵਿਦਿਆਰਥੀਓ, ਹਜੇ ਉਹਨਾਂ ਦੀ ਉਮਰ 30 ਸਾਲ ਦੀ ਸੀਗੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਕਈ ਪ੍ਰਸਿੱਧ ਸਥਾਨਾਂ ਸਮੇਤ ਅਫਗਾਨਿਸਤਾਨ, ਸ਼੍ਰੀਲੰਕਾ, ਚੀਨ, ਬਰਮਾ, ਮਿਸਰ, ਅਰਬ, ਤੁਰਕੀ, ਈਰਾਨ ਇੱਦਾਂ ਦੇ ਹੋਰ ਕਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੈਦਲ ਯਾਤਰਾ ਕਰਦੇ ਹੋਏ ਸਾਰੇ ਧਰਮ ਜਿਹੜੇ ਉਸ ਸਮੇਂ ਧਰਮ ਪ੍ਰਚਲਿਤ ਸੀਗੇ, ਉਹਨਾਂ ਦਾ ਬਹੁਤ ਹੀ ਡੂੰਘਾਈ ਦੇ ਨਾਲ ਅਧਿਐਨ ਕੀਤਾ। ਸਮੇਂ ਦੇ ਨਾਲ ਇਹਨਾਂ ਮੱਤਾਂ ਨੂੰ ਮੰਨਣ ਵਾਲਿਆਂ ਵਿੱਚ ਆ ਚੁੱਕੀਆਂ ਬੁਰਾਈਆਂ ਨੂੰ ਜਾਂ ਕਰਮ ਕਾਂਡਾਂ ਨੂੰ ਸਿਰੋਂ ਤੋਂ ਨਿਕਾਰਦੇ ਹੋਏ ਆਪਣੇ ਇੱਕ ਵੱਖਰੇ ਮੱਤ ਦੀ ਸਥਾਪਨਾ ਕੀਤੀ, ਜਿਸ ਮੱਤ ਨੂੰ ਸਾਰੇ ਮੱਤਾਂ ਦਾ ਸਰਬੋਤਮ ਮੱਤ ਕਿਹਾ ਜਾਂਦਾ ਹੈ ਤੇ ਇਸ ਮੱਤ ਦੇ ਵਿੱਚ ਸਰਬੋਤਮ ਸਿਧਾਂਤਾਂ ਨੂੰ ਸ਼ਾਮਿਲ ਕੀਤਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਮੱਤ ਨੂੰ ਸਿੱਖ ਧਰਮ ਅਤੇ ਇਸ ਧਰਮ ਦੇ ਮੰਨਣ ਵਾਲਿਆਂ ਨੂੰ ਸਿੱਖ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਸਿੱਖ ਧਰਮ ਦੇ ਜਨਮਦਾਤਾ ਜਾਂ ਸਿੱਖ ਧਰਮ ਦੇ ਜਿਹੜੇ ਪਹਿਲੇ ਗੁਰੂ ਨੇ, ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹਾ ਜਾਂਦਾ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦੇ ਪਹਿਲੇ ਗੁਰੂ ਹੋਣ ਦਾ ਮਾਣ ਵੀ ਪ੍ਰਾਪਤ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਮੱਤ ਨੂੰ ਸਿੱਖ ਧਰਮ ਅਤੇ ਇਸ ਧਰਮ ਨੂੰ ਮੰਨਣ ਵਾਲਿਆਂ ਨੂੰ ਸਿੱਖ ਕਿਹਾ ਜਾਂਦਾ ਹੈ। ਉਹਨਾਂ ਨੇ ਕਿਸੇ ਵਿਅਕਤੀ, ਸੰਗਠਨ, ਸਮਾਜ ਜਾਂ ਕੌਮ ਦੀ ਬਰਬਾਦੀ ਦਾ ਕਾਰਨ ਉਸ ਵਿਅਕਤੀ, ਸੰਗਠਨ, ਸਮਾਜ ਜਾਂ ਕੌਮ ਵਿੱਚ ਚੰਗੇ ਗੁਣਾਂ ਦਾ ਖਾਤਮਾ ਹੋਣ ਨੂੰ ਮੰਨਿਆ। ਜਦੋਂ ਕਿਸੇ ਸਮਾਜ ਦੇ ਵਿੱਚੋਂ ਚੰਗੇ ਗੁਣ ਖਤਮ ਹੋ ਜਾਣ ਤਾਂ ਉਹ ਸਮਾਜ ਬਰਬਾਦ ਹੋ ਜਾਂਦਾ ਹੈ। ਉਹਨਾਂ ਅਨੁਸਾਰ ਇੱਕ ਆਦਰਸ਼ ਮੱਤ ਜਾਂ ਵਿਚਾਰਧਾਰਾ ਦਾ ਨਿਸ਼ਾਨਾ ਆਦਰਸ਼ ਸਮਾਜਿਕ ਜੀਵਨ ਦੀ ਸਥਾਪਨਾ ਹੁੰਦਾ ਹੈ, ਜਿਸ ਨਾਲ ਇੱਕ ਸੱਭਿਆਚਾਰਕ ਜਾਂ ਕਲਿਆਣਕਾਰੀ ਸਮਾਜ ਜਾਂ ਰਾਜ ਦੀ ਸਥਾਪਨਾ ਕੀਤੀ ਜਾ ਸਕੇ। ਪਿਆਰੇ ਬੱਚਿਓ, ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹੋਣ ਦੇ ਨਾਲ ਇੱਕ ਉੱਚ ਕੋਟੀ ਦੇ ਮਨੋਵਿਗਿਆਨੀ ਵੀ ਸੀਗੇ, ਮਹਾਨ ਸਮਾਜ ਸੁਧਾਰਕ ਵੀ ਸੀਗੇ ਤੇ ਲੋਕਾਂ ਦੇ ਅਤਿਆਚਾਰਾਂ ਦਾ ਵਿਰੋਧ ਕਰਨ ਵਾਲੇ ਲੋਕਤੰਤਰੀ ਸਿਧਾਂਤਾਂ ਦੇ ਜਨਮਦਾਤਾ
ਧਾਰਮਿਕ ਨੇਤਾ, ਉੱਘੇ ਵਿਦਵਾਨ, ਇੱਕ ਕ੍ਰਾਂਤੀਕਾਰੀ ਨੇਤਾ, ਵਾਤਾਵਰਣ ਪ੍ਰੇਮੀ ਅਤੇ ਵਿਸ਼ਵ ਭਾਈਚਾਰੇ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਇੱਕ ਵਿਅਕਤੀ ਵੀ ਸੀਗੇ। ਇੱਕ ਵਿਅਕਤੀ ਦੇ ਵਿੱਚ ਇੱਕ ਜਿਸ ਨੂੰ ਅਸੀਂ ਜਿਹੜਾ ਹੈਗਾ ਸਿੱਖ ਧਰਮ ਦਾ ਬਾਨੀ ਕਹਿੰਦੇ ਆ, ਉਹਨਾਂ ਦੇ ਵਿੱਚ ਪਿਆਰੇ ਬੱਚਿਓ ਦੇਖ ਲਓ ਕਿੰਨੀਆਂ ਕੁਆਲਿਟੀ ਸੀਗੀਆਂ। ਅਸੀਂ ਅਗਰ ਉਹਨਾਂ ਦੇ ਸੱਚੇ ਪੈਰੋਕਾਰ ਹਾਂ ਤਾਂ ਸਾਨੂੰ ਵੀ ਉਹਨਾਂ ਦੇ ਕਦਮਾਂ ਦੇ ਉੱਪਰ ਚੱਲਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਿਆਰੇ ਵਿਦਿਆਰਥੀਓ, ਉਹਨਾਂ ਦਾ ਜੇ ਅਸੀਂ ਮੁੱਢਲਾ ਧਰਮ ਦੇਖਦੇ ਹਾਂ, ਜੇ ਅਸੀਂ ਬੇਸ ਦੇਖਦੇ ਹਾਂ, ਤਾਂ ਉਹ ਨਾ ਤਾਂ ਹਿੰਦੂ ਸੀਗੇ ਤੇ ਨਾ ਹੀ ਮੁਸਲਮਾਨ, ਸਗੋਂ ਉਹਨਾਂ ਦਾ ਜਿਹੜਾ ਮੁੱਢਲਾ ਧਰਮ ਸੀਗਾ ਉਹ ਮਨੁੱਖਤਾ ਸੀਗਾ। ਉਹ ਮਨੁੱਖਤਾ ਨੂੰ ਮੁੱਖ ਰੱਖ ਕੇ ਚੱਲਦੇ ਸੀਗੇ, ਮਨੁੱਖਤਾ ਦੀ ਭਲਾਈ ਨੂੰ, ਇਨਸਾਨੀਅਤ ਦੀ ਭਲਾਈ ਨੂੰ ਮੁੱਖ ਰੱਖ ਕੇ ਜਿੰਨੇ ਵੀ ਉਹਨਾਂ ਦੇ ਸਿਧਾਂਤ ਨੇ, ਅਗਰ ਉਹਨਾਂ ਸਿਧਾਂਤਾਂ ਦਾ ਅਸੀਂ ਡੂੰਘਾਈ ਦੇ ਨਾਲ ਅਧਿਐਨ ਕਰਦੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦਾ ਫਲਸਫਾ ਕਿਸੇ ਧਰਮ ਵਿਸ਼ੇਸ਼ ਨਾਲ ਨਾ ਸੰਬੰਧਿਤ ਹੋ ਕੇ ਬਲਕਿ ਮਨੁੱਖਤਾ ਦੀ ਭਲਾਈ ਦੇ ਨਾਲ ਸੰਬੰਧਿਤ ਆ। ਉਹਨਾਂ ਨੇ ਲੋਕਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਹ ਨਾਅਰਾ ਦਿੱਤਾ ਜੋ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਇਸ ਨਾਅਰੇ ਦੇ ਅਨੁਸਾਰ ਕੰਮ ਕਰਨ ਦੀ ਸਾਨੂੰ ਜ਼ਰੂਰਤ ਆ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿੰਨਾ ਛੋਟਾ ਜਿਹਾ 3 ਸੈਂਟੈਂਸਾਂ ਦੇ ਵਿੱਚ ਉਹਨਾਂ ਨੇ ਪੂਰੀ ਦੀ ਪੂਰੀ ਜ਼ਿੰਦਗੀ ਨੂੰ ਕੈਦ ਕਰ ਦਿੱਤਾ। ਜੇ ਅਸੀਂ ਇਸ ਨਾਅਰੇ ਦੇ ਅਨੁਸਾਰ ਚੱਲੀਏ, ਇਸ ਨਾਅਰੇ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਢਾਲ ਲਈਏ ਤਾਂ ਮੈਨੂੰ ਲੱਗਦਾ ਸਮੁੱਚਾ ਸੰਸਾਰ ਸਵਰਗ ਦਾ ਰੂਪ ਧਾਰਨ ਕਰ ਲਊਗਾ। ਤੇ ਇੱਕ ਗੱਲ ਮੈਂ ਇੱਥੇ ਪਿਆਰੇ ਬੱਚਿਓ ਹੋਰ ਕਹਿਣੀ ਚਾਹੂੰਗਾ ਕਿ ਜੇ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਫਲਸਫੇ ਨੂੰ ਕਿਸੇ ਇੱਕ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਜਾਂ ਇੱਕ ਧਰਮ ਦੇ ਘੇਰੇ ਦੇ ਵਿੱਚ ਬੰਨਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਵਿਚਾਰਾਂ ਨੂੰ ਅਸੀਂ ਤੰਗ ਨਜ਼ਰੀਏ ਦੇ ਨਾਲ ਦੇਖਦੇ ਹਾਂ। ਉਹਨਾਂ ਦੇ ਵਿਚਾਰਾਂ ਨੂੰ ਅਸੀਂ ਸੰਕੀਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਕਿ ਜੇ ਉਹਨਾਂ ਦਾ ਅਸੀਂ ਮੂਲ ਰੂਪ ਦੇ ਵਿੱਚ ਬੇਸ ਜਾਂ ਮੁੱਢਲੇ ਸਿਧਾਂਤਾਂ ਨੂੰ ਦੇਖਦੇ ਹਾਂ ਤਾਂ ਉਹ ਕਿਸੇ ਮੱਤ ਨਾਲ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੇ ਭਲੇ ਦੇ ਲਈ ਹੈ। ਉਹਨਾਂ ਦੀ ਫਿਲਾਸਫੀ ਜਿਹੜੀ ਹੈਗੀ ਆ ਉਹ ਸਮੁੱਚੀ ਮਨੁੱਖਤਾ ਦੇ ਲਈ ਸੀਗੀ। ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਸ਼ੁਰੂਆਤੀ ਸਮੇਂ ਨੂੰ ਵੀ ਦੇਖਦੇ ਹਾਂ ਤਾਂ ਉਹਨਾਂ ਦਾ ਇੱਕ ਮੁਸਲਮਾਨ ਭੱਟੀ ਰਾਜਪੂਤ, ਜਿਸ ਨੂੰ ਅਸੀਂ ਰਾਏ ਬੁਲਾਰ ਦੇ ਨਾਮ ਦੇ ਨਾਲ ਜਾਣਦੇ ਹਾਂ, ਜੋ ਕਿ ਤਲਵੰਡੀ ਸਾਬੋ ਰਾਏ ਭੋਏ ਦੀ ਤਲਵੰਡੀ ਦਾ ਇੱਕ ਮੁਸਲਮਾਨ ਸਰਦਾਰ ਸੀਗਾ, ਜਿਨ੍ਹਾਂ ਨੇ ਆਪਣੇ 750 ਮੁਰੱਬੇ ਜ਼ਮੀਨ ਵੀ ਗੁਰੂ ਜੀ ਨੂੰ ਭੇਂਟ ਕਰ ਦਿੱਤੀ ਸੀਗੀ। ਤੇ ਸਾਰੀ ਜ਼ਿੰਦਗੀ ਸ਼੍ਰੀ ਗੁਰੂ ਨਾਨਕ ਦੇਵ ਜੀ ਰਾਏ ਬੁਲਾਰ ਨੂੰ ਆਪਣੇ ਪਿਤਾ ਸਮਾਨ ਸਮਝਦੇ ਰਹੇ ਸੀਗੇ। ਇੱਕ ਮੁਸਲਮਾਨ ਨੂੰ ਆਪਣੇ ਪਿਤਾ ਸਮਾਨ ਸਮਝਣਾ ਤੇ ਸਾਰੀ ਜ਼ਿੰਦਗੀ ਉਸ ਰਿਲੇਸ਼ਨ ਨੂੰ, ਉਸ ਸੰਬੰਧ ਨੂੰ ਨਿਭਾਉਣਾ, ਇਹ ਇੱਕ ਬਹੁਤ ਵੱਡੀ ਗੱਲ ਆ ਤੇ ਸਮੁੱਚੀ ਮਨੁੱਖਤਾ ਦੇ ਭਲੇ ਬਾਰੇ ਸੋਚਣ ਦੇ ਇੱਕ ਲਾਮਿਸਾਲ ਜਿਹੜੀ ਹੈਗੀ ਆ, ਇੱਕ ਅਜਿਹੀ ਮਿਸਾਲ ਆ ਜਿਹੜੀ ਆਮ ਤੌਰ ਤੇ ਦੇਖਣ ਦੇ ਵਿੱਚ ਨਹੀਂ ਮਿਲਦੀ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੁੱਚੇ ਜੀਵਨ ਦੇ ਵਿੱਚ ਕਰਮਕਾਂਡਾਂ ਤੇ ਅੰਧ ਵਿਸ਼ਵਾਸਾਂ ਦੀ ਵਿਰੋਧਤਾ ਕੀਤੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 'ਚ ਕਿਸੇ ਵੀ ਸਥਾਨ ਤੇ ਆਸਤਕ ਨਾਸਤਕ ਦਾ ਬਖੇੜਾ ਖੜਾ ਕਰਨ ਦਾ ਯਤਨ ਨਹੀਂ ਕੀਤਾ। ਮੇਰੇ ਕਹਿਣ ਦਾ ਭਾਵ ਆ ਕਿ ਉਹਨਾਂ ਨੇ ਆਸਤਕ ਨਾਸਤਕ ਦੇ ਚੱਕਰ ਦੇ ਵਿੱਚ ਨਹੀਂ ਪਏ, ਸਗੋਂ ਉਹਨਾਂ ਨੇ ਕਰਮਾਂ ਦੇ ਆਧਾਰ ਤੇ, ਕਿ ਜਿਹੜੇ ਤੁਸੀਂ ਕਰਮ ਕਰਦੇ ਹੋ, ਕੰਮ ਕਰਦੇ ਹੋ, ਉਹਦੇ ਆਧਾਰ ਤੇ ਮਨਮੁਖ ਤੇ ਗੁਰਮੁਖ ਮਨੁੱਖ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਚੰਗੇ ਕੰਮ ਕਰੂਗਾ ਉਹ ਗੁਰਮੁਖ ਆ, ਉਹੀ ਰੱਬ ਦੇ ਵਿੱਚ ਆਸਥਾ ਰੱਖਦਾ ਹੈ। ਕਿਉਂਕਿ ਜਦੋਂ ਤੁਸੀਂ ਰੱਬ ਦੇ ਵਿੱਚ ਆਸਥਾ ਰੱਖੋਗੇ ਤਾਂ ਕੁਦਰਤੀ ਤੌਰ ਤੇ ਚੰਗੇ ਕੰਮ ਕਰੋਗੇ। ਉਹਨਾਂ ਨੇ ਆਸਤਕ ਨਾਸਤਕ ਦੇ ਚੱਕਰਾਂ ਦੇ ਵਿੱਚ ਨਾ ਪੈ ਕੇ ਇੱਕ ਚੰਗੇ ਮਨੁੱਖ ਤੇ ਬੁਰੇ ਮਨੁੱਖ ਦੇ ਬਾਰੇ ਦੱਸਿਆ। ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਸਮਾਜ ਵਿੱਚ ਫੈਲੀ ਧਾਰਮਿਕ ਕੱਟੜਤਾ, ਵਰਨ ਵੰਡ, ਜਾਤ ਪਾਤ, ਊਚ ਨੀਚ, ਮੂਰਤੀ ਪੂਜਾ, ਅੰਧ ਵਿਸ਼ਵਾਸਾਂ ਦਾ ਖਾਤਮਾ ਕਰਨ ਲਈ ਇੱਕ ਨਵਾਂ ਨਰੋਆ ਸਮਾਜ, ਇੱਕ ਨਵਾਂ ਨਰੋਆ ਸਰਬ ਸਾਂਝਾ, ਹਰ ਪੱਖ ਤੋਂ ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਭਾਈਚਾਰਕ ਸਾਂਝ, ਪ੍ਰੇਮ ਅਤੇ ਸਦਭਾਵਨਾ ਨਾਲ ਲਵਰੇਜ ਆਦਰਸ਼ ਸਮਾਜ ਸਿਰਜਣ ਦੇ ਨਜ਼ਰੀਏ ਨਾਲ ਪੂਰੀ ਦੁਨੀਆ ਦਾ ਦੌਰਾ ਕੀਤਾ ਤੇ ਥਾਂ ਥਾਂ ਤੇ ਜਾ ਕੇ ਆਪਣੇ ਮਨੋਰਥ ਨੂੰ ਲੋਕਾਂ ਸਾਹਮਣੇ ਰੱਖਿਆ ਤੇ ਉਹਨਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲ ਗਿਆ। ਕਿਉਂਕਿ ਉਸ ਸਮੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਬੱਚਿਓ ਕਿ ਉਸ ਸਮੇਂ ਸਾਰੇ ਪਾਸੇ ਅੰਧਕਾਰ, ਕਰਮਕਾਂਡ ਤੇ ਲੋਕਾਂ ਦੇ ਜ਼ੁਲਮਾਂ ਦਾ ਬੋਲਬਾਲਾ ਸੀਗਾ।
ਇੱਥੋਂ ਤੱਕ ਕਿ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੁਟੇਰੀ ਜਮਾਤ ਯਾਨੀ ਕਿ ਲੋਟੂ ਟੋਲੇ ਜਾਂ ਜ਼ੁਲਮ ਕਰਨ ਵਾਲੇ ਲੋਕ ਵੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਸੀਗੇ। ਗੁਰੂ ਜੀ ਦੀ ਸ਼ਖਸੀਅਤ ਹੀ ਗੁਰੂ ਨਾਨਕ ਦੇਵ ਜੀ ਦੀ ਇਦਾਂ ਦੀ ਸੀਗੀ ਕਿ ਜੋ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਇੱਕ ਵਾਰੀ ਆਨੰਦ ਲੈ ਲੈਂਦਾ ਸੀਗਾ, ਉਹਨਾਂ ਦੇ ਨਾਲ ਕੁਝ ਸਮਾਂ ਬਿਤਾ ਲੈਂਦਾ ਸੀਗਾ, ਤਾਂ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀਗਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਕੁਝ ਨਾ ਸਮਝ ਲੋਕਾਂ ਨੇ ਗੁਰੂ ਜੀ ਦੀ ਸੋਚ ਦੇ ਸੂਰਜ ਨੂੰ ਹਨੇਰੇ ਨਾਲ ਢੱਕਣ ਲਈ ਪੂਰੀ ਬਾਹ ਲਾਈ, ਪਰ ਉਹਨਾਂ ਦੀ ਸੱਚੀ ਸੁੱਚੀ ਸੋਚ ਦਾ ਸੂਰਜ ਹਨੇਰੇ ਤੇ ਧੁੰਦਾਂ ਨੂੰ ਪਾੜਦਾ ਹੋਇਆ ਆਪਣਾ ਚਾਨਣ ਵਖੇਰਦਾ ਰਿਹਾ। ਇਹ ਤਾਂ ਕੁਦਰਤੀ ਸੱਚਾਈ ਆ ਪਿਆਰੇ ਬੱਚਿਓ ਕਿ ਜਦੋਂ ਤੁਸੀਂ ਸੱਚਾਈ ਦੇ ਰਸਤੇ ਤੇ ਚੱਲਦੇ ਹੋ, ਜ਼ੁਲਮ ਦੇ ਖਿਲਾਫ ਚੱਲਦੇ ਹੋ, ਤਾਂ ਕੁਝ ਲੋਕ ਤੁਹਾਡੀ ਸੋਚ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਜੇ ਤੁਸੀਂ ਸੱਚ ਦੇ ਰਾਹ ਤੇ ਪੂਰੀ ਦ੍ਰਿੜਤਾ ਦੇ ਨਾਲ ਚੱਲਦੇ ਹੋ, ਤੁਹਾਡੀ ਸ਼ਖਸੀਅਤ ਸੱਚੀ ਆ ਤੇ ਉੱਚੀ ਆ, ਤਾਂ ਤੁਹਾਨੂੰ ਕੋਈ ਵੀ ਨਹੀਂ ਦਬਾ ਸਕਦਾ, ਬਲਕਿ ਹਰ ਹਨੇਰੇ ਨੂੰ ਚੀਰਦੀ ਹੋਈ ਤੁਹਾਡੀ ਸੋਚ ਸੂਰਜ ਦੇ ਉਜਾਲੇ ਦੀ ਤਰ੍ਹਾਂ ਜਿਹੜੀ ਹੈਗੀ ਆ ਲੋਕਾਂ ਦੇ ਸਾਹਮਣੇ ਪ੍ਰਗਟ ਹੋ ਜਾਂਦੀ ਆ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਇੱਕ ਮਹਾਨ ਸ਼ੂਰਵੀਰ ਅਤੇ ਇਨਕਲਾਬੀ ਸ਼ਖਸੀਅਤ ਵੀ ਸਨ, ਤੇ ਗੁਰੂ ਜੀ ਨੇ ਆਪਣੀ ਕਲਮ ਰੂਪੀ ਤਲਵਾਰ ਨਾਲ ਬਾਬਰ ਦੇ ਜ਼ੁਲਮਾਂ ਦਾ ਵੀ ਡਟ ਕੇ ਮੁਕਾਬਲਾ ਕੀਤਾ ਸੀ। ਉਹਨਾਂ ਨੇ ਰਾਜਿਆਂ ਨੂੰ ਖੂੰਖਾਰ ਸ਼ੇਰ ਅਤੇ ਵਜ਼ੀਰਾਂ ਨੂੰ ਬਹੁਤ ਹੀ ਦਲੇਰੀ ਦੇ ਨਾਲ ਕੁੱਤੇ ਕਹਿ ਕੇ ਸੰਬੋਧਨ ਕੀਤਾ। ਪਿਆਰੇ ਬੱਚਿਓ, ਮੌਕੇ ਦੇ ਰਾਜੇ ਨੂੰ ਖੂੰਖਾਰ ਸ਼ੇਰ ਅਤੇ ਵਜ਼ੀਰਾਂ ਨੂੰ ਕੁੱਤੇ ਕਹਿਣਾ ਬਹੁਤ ਹੀ ਦਲੇਰੀ ਵਾਲੀ ਗੱਲ ਆ। ਅੱਜ ਜੇ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਕਈ ਵਾਰੀ ਪਤਾ ਵੀ ਹੁੰਦਾ ਹੈ ਕਿ ਸਾਡੇ ਨੇਤਾਵਾਂ ਦੁਆਰਾ, ਜਿਹੜੇ ਕਿ ਸਾਡੇ ਚੁਣੇ ਹੋਏ ਨੇਤਾ ਨੇ, ਕਿ ਉਹ ਗਲਤ ਵੀ ਕਰ ਰਹੇ ਨੇ, ਪਰ ਅਸੀਂ ਫੇਰ ਵੀ ਬੋਲਣ ਦਾ ਹੀਆ ਨਹੀਂ ਕਰਦੇ, ਅਸੀਂ ਡਰ ਕੇ ਚੁੱਪ ਹੋ ਜਾਂਦੇ ਹਾਂ। ਪਰ ਗੁਰੂ ਜੀ ਨੇ ਅਤਿਆਚਾਰਾਂ ਦੇ ਵਿਰੁੱਧ ਪੂਰੀ ਨਿਡਰਤਾ ਦੇ ਨਾਲ, ਬੇਬਾਕੀ ਦੇ ਨਾਲ ਆਵਾਜ਼ ਉਠਾਈ ਸੀਗੀ, ਤੇ ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਨੇਕਾਂ ਅਹੰਕਾਰੀ ਬ੍ਰਾਹਮਣਾਂ, ਮੌਲਵੀਆਂ, ਅਖੌਤੀ ਸਾਧੂਆਂ ਦਾ ਵੀ ਪਰਦਾਫਾਸ਼ ਕੀਤਾ ਸੀਗਾ। ਪਿਆਰੇ ਬੱਚਿਓ, ਗੁਰੂ ਨਾਨਕ ਦੇਵ ਜੀ ਸਮੁੱਚੀ ਆਪਣੀ ਜ਼ਿੰਦਗੀ ਦੇ ਵਿੱਚ ਹਿੰਸਾ ਦੇ ਵਿਰੁੱਧ ਰਹੇ ਅਤੇ ਅਹਿੰਸਾ ਦੀ ਰਾਖੀ ਕਰਦੇ ਰਹੇ। ਪਰ ਉਹਨਾਂ ਦਾ ਇੱਕ ਇਹ ਜ਼ਰੂਰ ਵਿਚਾਰ ਸੀਗਾ ਕਿ ਅਗਰ ਅਹਿੰਸਾ ਨੂੰ ਸਥਾਪਿਤ ਰੱਖਣ ਦੇ ਲਈ ਕੁਝ ਸਮੇਂ ਦੇ ਲਈ ਹਿੰਸਾ ਦਾ ਬਾਜੂ ਜਾਂ ਹਿੰਸਾ ਦੀ ਬਾਂਹ ਵੀ ਫੜਨੀ ਪਵੇ ਤਾਂ ਇਸ ਦੇ ਵਿੱਚ ਕੋਈ ਗਲਤ ਨਹੀਂ ਹੈਗਾ। ਪਿਆਰੇ ਬੱਚਿਓ, ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਮੁੱਚਾ ਜੀਵਨ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕਰਦੇ ਹੋਏ ਲੋਕਾਂ ਦੇ ਹੋ ਰਹੇ ਅਤਿਆਚਾਰਾਂ ਦੇ ਵਿਰੁੱਧ ਆਵਾਜ਼ ਉਠਾਉਂਦੇ ਹੋਏ ਤੇ ਲੋਕਾਂ ਨੂੰ ਸਿੱਧੇ ਰਸਤੇ ਲਿਆਉਂਦੇ ਹੋਏ ਆਪਣਾ ਸਮੁੱਚਾ ਜੀਵਨ ਬਿਨਾਂ ਕਿਸੇ ਲਾਲਚ ਤੋਂ ਸਿਰਫ ਲੋਕਾਂ ਨੂੰ ਸਹੀ ਰਸਤੇ, ਮਨੁੱਖਤਾ ਨੂੰ ਇੱਕ ਸਹੀ ਸੇਧ ਦੇਣ ਦੇ ਲਈ ਬਤੀਤ ਕਰ ਦਿੱਤਾ। ਤੇ ਅੰਤ ਵਿੱਚ ਇਹ ਮਹਾਨ ਰੂਹ 1539 ਈਸਵੀ ਵਿੱਚ ਦੁਨੀਆ ਤੋਂ ਰੁਖਸਤ ਹੋ ਗਈ। ਇਸ ਮਹਾਨ ਰੂਹ ਦੇ ਵਿਛੜਨ ਤੋਂ ਬਾਅਦ ਅੱਜ ਫਿਰ ਮਨੁੱਖਤਾ ਦੇ ਕਰਮ ਬਹੁਤ ਹੇਠਲੇ ਦਰਜੇ ਤੇ ਆ ਗਏ। ਇਸ ਕਾਰਨ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਦਾ ਭਾਰਤੀ ਸਮਾਜ ਤੇ ਅਜੋਕੇ ਭਾਰਤੀ ਸਮਾਜ ਨਾਲ ਕੋਈ ਬਹੁਤਾ ਵੱਖਰਾ ਨਜ਼ਰ ਨਹੀਂ ਆ ਰਿਹਾ। ਜੇ ਅਸੀਂ ਅੱਜ ਦੇ ਸਮਾਜ ਦੇ ਵਿੱਚ ਜਾਂ ਅੱਜ ਦੇ ਸਮਾਜ ਨੂੰ ਡੂੰਘਾਈ ਦੇ ਨਾਲ ਦੇਖਣ ਦਾ ਯਤਨ ਕਰੀਏ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੈਦਾ ਹੋਣ ਦੇ ਸਮੇਂ ਦੇ ਸਮਾਜ ਨੂੰ ਡੂੰਘਾਈ ਦੇ ਨਾਲ ਦੇਖੀਏ ਤਾਂ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ। ਉਸ ਸਮੇਂ ਵੀ ਮਜ਼ਲੂਮਾਂ ਤੇ ਅਤਿਆਚਾਰ ਹੋ ਰਹੇ ਸੀਗੇ, ਹੁਣ ਵੀ ਅਤਿਆਚਾਰ ਹੋ ਰਹੇ ਨੇ। ਉਸ ਸਮੇਂ ਵੀ ਸਮਾਜ ਵਰਨਾਂ ਦੇ ਵਿੱਚ ਵੰਡਿਆ ਹੋਇਆ ਸੀ, ਅੱਜ ਵੀ ਸਮਾਜ ਵਰਨਾਂ ਦੇ ਵਿੱਚ ਵੰਡਿਆ ਹੋਇਆ। ਉਸ ਸਮੇਂ ਵੀ ਇਸਤਰੀ ਜਾਤੀ ਤੇ ਜ਼ੁਲਮ ਹੋ ਰਿਹਾ ਸੀਗੇ, ਅੱਜ ਵੀ ਇਸਤਰੀ ਜਾਤੀ ਤੇ ਤਰ੍ਹਾਂ ਤਰ੍ਹਾਂ ਦੇ ਨਾਲ ਜ਼ੁਲਮ ਕੀਤੇ ਜਾ ਰਹੇ ਨੇ। ਪਿਆਰੇ ਬੱਚਿਓ, ਕਿਸੇ ਵੀ ਉੱਚੀ ਸ਼ਖਸੀਅਤ ਨੂੰ ਸ਼ਰਧਾਂਜਲੀ ਅਤੇ ਸਤਿਕਾਰ ਦੇਣ ਦਾ ਭਾਵ ਮੇਰੇ ਅਨੁਸਾਰ ਇਹ ਹੁੰਦਾ ਹੈ ਕਿ ਉਸਦੇ ਸਿਧਾਂਤਾਂ ਨੂੰ, ਉਸਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਰੂਪ ਦੇ ਵਿੱਚ ਲਿਆਂਦਾ ਜਾਵੇ। ਜੇਕਰ ਅਸੀਂ ਆਪਣੀ ਅਮਲੀ ਰੂਪ ਜ਼ਿੰਦਗੀ ਦੇ ਵਿੱਚ ਉਸ ਸ਼ਖਸੀਅਤ ਦੇ ਸਿਧਾਂਤਾਂ ਨੂੰ ਨਹੀਂ ਅਪਣਾਉਂਦੇ,
ਇਸ ਦਾ ਸਪਸ਼ਟ ਭਾਵ ਇਹ ਹੁੰਦਾ ਹੈ ਕਿ ਅਸੀਂ ਉਸ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਸਤਿਕਾਰਤ ਸ਼ਖਸੀਅਤ ਨਹੀਂ ਮੰਨਦੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵੀ ਕੁਝ ਮੁੱਖ ਸਿੱਖਿਆਵਾਂ ਸੀਗੇ ਜਿਨ੍ਹਾਂ ਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ, ਤੇ ਮੈਂ ਚਾਹੂੰਗਾ ਕਿ ਪਿਆਰੇ ਵਿਦਿਆਰਥੀਓ, ਇਹ ਸਿੱਖਿਆਵਾਂ ਆਪਣੇ ਦਿਲ ਦੇ ਵਿੱਚ ਤੁਸੀਂ ਉਕਰ ਲਵੋ ਤੇ ਸਮੁੱਚੀ ਜ਼ਿੰਦਗੀ ਇਹਨਾਂ ਸਿੱਖਿਆਵਾਂ ਦਾ ਪੱਲਾ ਫੜ ਕੇ ਰੱਖੋ ਤੇ ਮਨੁੱਖਤਾ ਦੀ ਸੇਵਾ ਕਰਦੇ ਰਹੋ। ਪਿਆਰੇ ਬੱਚਿਓ, ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੀਗਾ ਜਿਸ ਨੂੰ ਉਹ ਰੱਬ ਮੰਨਦੇ ਸੀਗੇ, ਉਹ ਸਿਰਫ ਇੱਕ ਰੱਬ ਮੰਨਦੇ ਸੀਗੇ। ਉਹਨਾਂ ਦੇ ਵਿਚਾਰ ਅਨੁਸਾਰ ਜਿਹੜੇ ਦੇਵੀ ਦੇਵਤਾ ਨੇ ਜਾਂ ਗੁਰੂ ਨੇ, ਪਰਮਾਤਮਾ ਜਾਂ ਰੱਬ ਇਹਨਾਂ ਦੇਵੀ ਦੇਵਤਿਆਂ ਤੋਂ ਤੇ ਗੁਰੂਆਂ ਤੋਂ ਬਹੁਤ ਉੱਚਾ ਹੈ। ਰੱਬ ਸਿਰਫ ਇੱਕ ਹੀ ਆ, ਏਕੰਕਾਰ, ਇੱਕ ਰੱਬ ਆ। ਸਿਰਫ ਉਸ ਰੱਬ ਦੀ ਹੀ ਪੂਜਾ ਕੀਤੀ ਜਾ ਸਕਦੀ ਆ, ਉਸ ਰੱਬ ਦੇ ਅੱਗੇ ਹੀ ਅਸੀਂ ਸਿਰ ਝੁਕਾ ਸਕਦੇ ਹਾਂ, ਨਾ ਕਿ ਮੜੀਆਂ ਦੇ ਵਿੱਚ ਜਾਂ ਜਿਹੜਾ ਹੈਗਾ ਕਈ ਅਸੀਂ ਹੋਰ ਬਾਬਿਆਂ ਦੇ ਦਰ ਤੇ ਜਿਹੜਾ ਹੈਗਾ ਜਾ ਕੇ ਸਿਰ ਝੁਕਾਉਂਦੇ ਆ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਵਿਰੁੱਧ ਆ। ਤੇ ਗੁਰੂ ਨਾਨਕ ਦੇਵ ਜੀ ਦਾ ਜੋ ਪਰਮਾਤਮਾ ਸੀਗਾ ਉਹ ਸਰਬ ਸ਼ਕਤੀਮਾਨ ਤੇ ਸਰਬ ਵਿਆਪਕ ਆ। ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਤੋਂ ਉੱਪਰ, ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੇ ਅਨੁਸਾਰ ਕਿ ਰੱਬ ਦੇ ਉੱਪਰ ਕੋਈ ਸ਼ਕਤੀ ਨਹੀਂ ਹੈਗੀ, ਤੇ ਰੱਬ ਸੰਸਾਰ ਦੇ ਕਣ ਕਣ ਦੇ ਵਿੱਚ ਜਿਸ ਜਗ੍ਹਾ ਤੇ ਵੀ ਤੁਸੀਂ ਮੌਜੂਦ ਹੋ, ਰੱਬ ਤੁਹਾਡੀ ਉੱਥੇ ਹੀ ਸੁਣ ਵੀ ਰਿਹਾ ਹੈ, ਰੱਬ ਤੁਹਾਨੂੰ ਉੱਥੇ ਦੇਖ ਵੀ ਰਿਹਾ ਹੈ। ਰੱਬ ਨੂੰ ਸਿਰਫ ਕਿਸੇ ਇੱਕ ਵਿਸ਼ੇਸ਼ ਜਗ੍ਹਾ ਤੇ ਫਿਕਸ ਕਰ ਦੇਣਾ ਜਾਂ ਇੱਕ ਵਿਸ਼ੇਸ਼ ਜਗ੍ਹਾ ਨੂੰ ਰੱਬ ਦੇ ਲਈ ਨਿਸ਼ਚਿਤ ਕਰ ਦੇਣਾ ਉਹਨਾਂ ਦੇ ਅਨੁਸਾਰ ਗਲਤ ਸੀਗਾ। ਰੱਬ ਤਾਂ ਪੂਰੇ ਸੰਸਾਰ ਦੇ ਵਿੱਚ ਵਿਦਮਾਨ ਆ ਤੇ ਰੱਬ ਹਮੇਸ਼ਾ ਤੁਹਾਡੇ ਅੰਗੀ ਸੰਗੀ ਆ, ਤੇ ਰੱਬ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਹੀ ਤੁਹਾਨੂੰ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਤੇ ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਨਿਰਆਕਾਰ ਮੰਨਦੇ ਸੀਗੇ। ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਜਾਂ ਰੱਬ ਕੋਈ ਅਜਿਹੀ ਸ਼ਖਸੀਅਤ ਨਹੀਂ ਹੈਗੀ ਜਿਹਨੂੰ ਅਸੀਂ ਕੋਈ ਮੂਰਤੀ ਜਾਂ ਪਿਕਚਰ ਬਣਾ ਕੇ, ਜਿਹਨੂੰ ਅਸੀਂ ਕਲਪਨਾ ਦੇ ਵਿੱਚ ਲਿਆ ਕੇ ਅਸੀਂ ਉਹਦੀ ਪੂਜਾ ਕਰੀਏ, ਬਲਕਿ ਉਹ ਤਾਂ ਨਿਰਾਕਾਰ ਆ, ਉਹਦਾ ਕੋਈ ਆਕਾਰ ਨਹੀਂ ਹੈਗਾ। ਔਰ ਸਾਨੂੰ ਕਦੇ ਉਹਦਾ ਆਕਾਰ ਬਣਾ ਕੇ ਪੂਜਾ ਨਹੀਂ ਵੀ ਕਰਨੀ ਚਾਹੀਦੀ। ਇਸ ਦਾ ਸਪਸ਼ਟ ਭਾਵ ਆ ਕਿ ਗੁਰੂ ਨਾਨਕ ਦੇਵ ਜੀ ਮੂਰਤੀ ਪੂਜਾ ਦੇ ਬਿਲਕੁਲ ਵਿਰੁੱਧ ਸੀਗੇ। ਪਰ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਿੱਖ ਧਰਮ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਮੂਰਤੀ ਪੂਜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਪ੍ਰਵੇਸ਼ ਕਰ ਚੁੱਕੀ ਹੈ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਵਿਰੁੱਧ। ਤੇ ਗੁਰੂ ਨਾਨਕ ਦੇਵ ਜੀ ਦਾ ਪਰਮਾਤਮਾ ਜੋ ਸੀਗਾ ਉਹ ਬਹੁਤ ਦਿਆਲੂ ਸੀਗਾ, ਜੋ ਕਿ ਆਪਣੇ ਬੰਦਿਆਂ ਤੇ ਹਮੇਸ਼ਾ ਦਿਆਲਤਾ ਦਾ ਹੱਥ ਰੱਖਦਾ ਹੈ ਤੇ ਹਮੇਸ਼ਾ ਆਪਣੇ ਬੰਦਿਆਂ ਨੂੰ ਚੰਗੇ ਰਾਸਤੇ ਤੇ ਲੈ ਕੇ ਜਾਣ ਦੇ ਲਈ ਜਾਂ ਸਿੱਧੇ ਰਾਹ ਤੇ ਤੋਰਨ ਦੇ ਲਈ ਉਤਸੁਕ ਰਹਿੰਦਾ ਹੈ। ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਰੱਬ ਦੀ ਕਿ ਕਿਸੇ ਮਜ਼ਲੂਮ ਤੇ ਜ਼ੁਲਮ ਨਾ ਹੋਵੇ। ਇਸੀ ਕਰਕੇ ਜਦੋਂ ਸਮਾਜ ਦੇ ਵਿੱਚ ਅਤਿਆਚਾਰ ਵੱਧ ਜਾਂਦੇ ਨੇ ਪਿਆਰੇ ਬੱਚਿਓ, ਤਾਂ ਰੱਬ ਦੁਆਰਾ ਕਿਸੇ ਪੀਰ ਪੈਗੰਬਰ ਨੂੰ ਸਮਾਜ ਦੇ ਵਿੱਚ ਭੇਜਿਆ ਜਾਂਦਾ ਹੈ। ਉਹ ਰੱਬ ਨਹੀਂ ਹੁੰਦਾ, ਸਿਰਫ ਇੱਕ ਰੱਬ ਦਾ ਬੰਦਾ ਹੁੰਦਾ ਹੈ। ਇਹ ਗੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਵਾਲੀ ਆ। ਪਿਆਰੇ ਬੱਚਿਓ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿੱਚ ਇੱਕ ਇਹ ਵੀ ਸਿੱਖਿਆ ਹੈ ਕਿ ਨਾਮ ਦਾ ਜਪਣਾ। ਨਾਮ ਜਪਣ ਉੱਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ੋਰ ਦਿੱਤਾ ਸੀ। ਉਹ ਕਹਿੰਦੇ ਸੀਗੇ ਜਿਸ ਤਰ੍ਹਾਂ ਸਰੀਰ ਅਤੇ ਕੱਪੜਿਆਂ ਦੀ ਮੈਲ ਉਤਾਰਨ ਦੇ ਲਈ ਪਾਣੀ ਅਤੇ ਸਾਬਣ ਦੀ ਲੋੜ ਪੈਂਦੀ ਹੈ, ਇਸੀ ਤਰ੍ਹਾਂ ਮਨ ਦੀ ਮੈਲ ਉਤਾਰਨ ਦੇ ਲਈ ਨਾਮ ਦੇ ਜਾਪ ਦੀ ਲੋੜ ਪੈਂਦੀ ਹੈ। ਇਸੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀਗੇ ਕਿ ਹਉਮੈ ਦਾ ਤਿਆਗ। ਜਿਹੜਾ ਸੱਚਾ ਸਿੱਖ ਆ, ਮਨੁੱਖਤਾ ਦੇ ਬਾਰੇ ਸੋਚਣ ਵਾਲਾ ਹੈ, ਉਸ ਵਿਅਕਤੀ ਦੇ ਵਿੱਚ ਹਉਮੈ ਨਾਮ ਦੀ ਕੋਈ ਚੀਜ਼ ਨਹੀਂ ਹੋ ਸਕਦੀ। ਹੰਕਾਰ ਆ ਜਿਹੜਾ ਮਨੁੱਖ ਨੂੰ ਪਿਆਰੇ ਬੱਚਿਓ ਹਮੇਸ਼ਾ ਗਲਤ ਰਸਤੇ ਤੇ ਲੈ ਕੇ ਜਾਂਦਾ ਹੈ। ਇਸ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੰਕਾਰ ਤੋਂ ਦੂਰ ਰਹਿਣ ਦੇ ਲਈ ਆਖਿਆ ਸੀਗਾ। ਤੇ ਗੁਰੂ ਦੀ ਲੋੜ ਹੈ ਪਿਆਰੇ ਬੱਚਿਓ, ਪਰਮਾਤਮਾ ਦੀ ਪ੍ਰਾਪਤੀ ਦੇ ਲਈ, ਰੱਬ ਤੱਕ ਪਹੁੰਚਣ ਦੇ ਲਈ, ਰੱਬ ਦੇ ਨਾਲ ਇੱਕ ਲਿਵ ਲਗਾਉਣ ਦੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹਾ ਕਰਦੇ ਸੀਗੇ ਕਿ ਇਹਦੇ ਲਈ ਗੁਰੂ ਦੀ ਲੋੜ ਆ। ਗੁਰੂ ਹੀ ਤੁਹਾਨੂੰ ਪਰਮਾਤਮਾ ਨਾਲ ਮਿਲਾਉਣ ਦੇ ਲਈ ਰਸਤਾ ਦੱਸਦਾ ਹੈ। ਇਸ ਕਰਕੇ
ਗੁਰੂ ਦਾ ਦਰਜਾ ਬਹੁਤ ਉੱਚਾ ਹੈ। ਗੁਰੂ ਦਾ ਹਮੇਸ਼ਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ। ਕਰਮ ਸਿਧਾਂਤਾਂ ਵਿੱਚ ਵਿਸ਼ਵਾਸ। ਪਿਆਰੇ ਬੱਚਿਓ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਬੇਸ ਆ, ਮੋਢਾ। ਗੁਰੂ ਨਾਨਕ ਦੇਵ ਜੀ ਕਰਮ ਕਰਨ ਦੇ, ਚੰਗੇ ਕਰਮ ਕਰਨ ਦੇ ਸਿਧਾਂਤ ਦੇ ਉੱਪਰ ਵਿਸ਼ਵਾਸ ਕਰਦੇ ਸੀਗੇ। ਉਹਨਾਂ ਦਾ ਇਹ ਮੰਨਣਾ ਸੀਗਾ ਕਿ ਮਨੁੱਖ ਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ। ਚੰਗੇ ਕਰਮਾਂ ਦੇ ਆਧਾਰ ਤੇ ਹੀ ਉਹ ਜੀਵਨ ਦੇ ਵਿੱਚ ਜਿਹੜਾ ਹੈਗਾ, ਜੋ ਕਰਮ ਕਰਕੇ ਜਾਂਦਾ, ਉਸ ਦੇ ਆਧਾਰ ਤੇ ਹੀ ਆਉਣ ਵਾਲੇ ਜਨਮਾਂ ਦਾ ਫੈਸਲਾ ਹੁੰਦਾ ਹੈ ਕਿ ਉਸਨੂੰ ਕਿਸ ਦੇ ਵਿੱਚ, ਕਿਸ ਜੂਨੀ ਦੇ ਵਿੱਚ ਆਏਗਾ, ਤੇ ਚੰਗੇ ਕਰਮਾਂ ਦੇ ਆਧਾਰ ਤੇ ਹੀ ਉਹਦੇ ਆਉਣ ਵਾਲੇ ਸਮੇਂ ਦਾ ਨਵੇੜਾ ਹੋਣਾ ਹੈ। ਪ੍ਰਾਤਰੀ ਭਾਵ ਵਿੱਚ ਵਿਸ਼ਵਾਸ। ਗੁਰੂ ਨਾਨਕ ਦੇਵ ਜੀ ਪ੍ਰਾਤਰੀ ਭਾਵ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਸੀਗੇ। ਉਹ ਸਾਰੇ ਮਨੁੱਖਾਂ ਨੂੰ, ਭਾਵੇਂ ਕੋਈ ਉਹ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਕ੍ਰਿਸਚਨ ਆ, ਬੋਧੀ ਆ, ਕਹਿਣ ਦਾ ਭਾਵ ਕਿਸੇ ਵੀ ਧਰਮ ਨਾਲ, ਜਾਤ ਨਾਲ ਸੰਬੰਧ ਰੱਖਦਾ ਹੈ, ਉਹ ਕਹਿੰਦੇ ਸੀਗੇ ਸਾਰੇ ਆਪਸ ਦੇ ਵਿੱਚ ਭਰਾ ਨੇ, ਸਾਰਿਆਂ ਨੂੰ ਆਪਸ ਦੇ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ। ਸੱਚਖੰਡ ਦੀ ਪ੍ਰਾਪਤੀ। ਪਿਆਰੇ ਬੱਚਿਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਵਿੱਚ ਇੱਕ ਸ਼ਬਦ ਆ, ਸੱਚਖੰਡ। ਸੱਚਖੰਡ ਉਹ ਮਾਨਸਿਕ ਅਵਸਥਾ ਹੈ ਜਿੱਥੇ ਪਹੁੰਚ ਕੇ ਮਨੁੱਖ ਪੂਰਨ ਤੌਰ ਤੇ ਪਰਮਾਤਮਾ ਦਾ ਹੋ ਜਾਂਦਾ ਹੈ, ਪੂਰਨ ਤੌਰ ਤੇ ਰੱਬ ਦਾ ਹੋ ਜਾਂਦਾ ਹੈ। ਜਿੱਥੇ ਪਹੁੰਚ ਕੇ ਮਨੁੱਖ ਨੂੰ ਸੁੱਖ ਦੁੱਖ, ਪੁਰਸ਼ ਇਸਤਰੀ, ਆਸ਼ਾ ਨਿਰਾਸ਼ਾ, ਹੱਸਣ ਅਤੇ ਰੋਣ, ਉੱਚੇ ਨੀਵੇਂ ਹੋਣ ਦਾ ਸਭ ਭੇਦ ਮਿਟ ਜਾਂਦਾ ਹੈ ਤੇ ਪੂਰਨ ਤੌਰ ਤੇ ਰੱਬ ਦੇ ਵਿੱਚ ਲੀਨ ਹੋ ਜਾਂਦਾ ਹੈ। ਇੱਕ ਸੰਪੂਰਨ ਆਨੰਦ ਦੀ ਵਿਵਸਥਾ ਹੈ। ਇਸ ਵਿਵਸਥਾ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਜਿਹੜਾ ਵਿਅਕਤੀ ਪਾ ਲੈਂਦਾ ਹੈ, ਉਹ ਦੁਨੀਆ ਦੇ ਵਿੱਚ ਹੀ ਸਵਰਗ ਰੂਪੀ ਸੰਸਾਰ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਉਹਦੀ ਦੁਨੀਆ ਵਾਲੀ ਵੀ ਜ਼ਿੰਦਗੀ ਤੇ ਆਉਣ ਵਾਲੀ ਜ਼ਿੰਦਗੀ ਵੀ ਸਫਲ ਹੋ ਜਾਂਦੀ ਹੈ। ਪਿਆਰੇ ਬੱਚਿਓ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੁੱਢਲੀਆਂ ਕੁਝ ਸਿੱਖਿਆਵਾਂ ਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਝ ਜਾਣਕਾਰੀ ਸੀਗੀ। ਤੇ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਹਾਂ ਕਿ ਕਿਸੇ ਵੀ ਸ਼ਖਸੀਅਤ ਨੂੰ ਮੰਨਣ ਜਾਂ ਉਹਨੂੰ ਸਤਿਕਾਰਤ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਉਸ ਸ਼ਖਸੀਅਤ ਦੇ ਦੱਸੇ ਹੋਏ ਰਸਤੇ ਤੇ ਚੱਲੋ, ਉਹਨਾਂ ਦੇ ਪੂਰਨਿਆਂ ਤੇ ਚੱਲੋ। ਤੇ ਅਸੀਂ ਪੰਜਾਬ ਦੇ ਵਾਸੀ ਹਮੇਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰਿਣੀ ਆ ਤੇ ਸਾਡਾ ਵਿਸ਼ਵਾਸ ਵੀ ਆ ਕਿ ਉਹ ਇੱਕ ਅਜਿਹੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਇੱਕ ਸਾਂਝੀ ਸ਼ਖਸੀਅਤ ਵੀ ਅਸੀਂ ਉਹਨਾਂ ਨੂੰ ਕਹਿ ਸਕਦੇ, ਜਿਨ੍ਹਾਂ ਨੇ ਸਿੱਖਾਂ, ਮੁਸਲਮਾਨਾਂ, ਹਿੰਦੂਆਂ ਨੂੰ, ਸਾਰਿਆਂ ਨੂੰ, ਸਾਰੇ ਮਜ਼ਲੂਮਾਂ ਦੇ ਲਈ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਆਵਾਜ਼ ਉਠਾਈ ਤੇ ਉਹ ਸਾਰਿਆਂ ਦੇ ਸਾਂਝੇ ਪੀਰ ਜਾਂ ਗੁਰੂ ਵੀ ਮੰਨੇ ਗਏ ਨੇ। ਇਸ ਕਰਕੇ ਸਾਡਾ ਵੀ ਅੱਜ ਫਰਜ਼ ਆ ਕਿ ਅਸੀਂ ਵੀ ਉਹ ਜਿਹੜੇ ਹੁਣ ਸਮਾਜ ਦੇ ਵਿੱਚ ਪ੍ਰਚਲਿਤ ਕਰਮਕਾਂਡ ਨੇ ਜਾਂ ਅਤਿਆਚਾਰ ਹੋ ਰਹੇ ਨੇ, ਉਹਨਾਂ ਨੂੰ ਦੂਰ ਕਰਨ ਦੇ ਲਈ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਅਪਣਾਈਏ ਤੇ ਉਹਨਾਂ ਦੇ ਪੂਰਨਿਆਂ ਤੇ ਚੱਲੀਏ। ਤੇ ਪਿਆਰੇ ਵਿਦਿਆਰਥੀਓ, ਇਹ ਸੀਗਾ ਸਾਡਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਣਕਾਰੀ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਬਾਰੇ। ਉਮੀਦ ਆ ਕਿ ਤੁਸੀਂ ਇਸ ਤੋਂ ਲਾਭ ਪ੍ਰਾਪਤ ਕਰੋਗੇ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਤੇ ਪ੍ਰੀਖਿਆਵਾਂ ਦੇ ਵਿੱਚ ਵੀ ਇਸ ਤੋਂ ਲਾਭ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓਗੇ। ਧੰਨਵਾਦ। ਦੁਆਬਾ ਰੇਡੀਓ।